बिस्मिल्लाहिर्रहमानिर्रहीम अस्सलामुअलैकुम। आज जी तुसी तस्वीर देख रहे हो, इस लड़के का नाम है अब्दुल समी। 17 मार्च 2026 ਨੂੰ ਇਹਨੂੰ ਬਰਤਾਨੀਆ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਆ। ਇਹਨੂੰ ਉਮਰ ਕੈਦ ਦੀ ਸਜ਼ਾ ਕਿਉਂ ਹੋਈ ਆ ਔਰ ਉਹਦੀ ਵਜ੍ਹਾ ਕੀ ਬਣੀ, ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਹ ਵਾਕਿਆ ਜਿਹੜਾ 17 ਮਾਰਚ 2026 ਨੂੰ ਬਰਤਾਨੀਆ ਦੀ ਅਦਾਲਤ ਨੇ ਇਹਨੂੰ ਸਜ਼ਾ ਸੁਣਾਈ। ਇਹ ਇਸ ਵਾਸਤੇ ਕਿ ਇਹ ਬਰਤਾਨੀਆ ਦੇ ਵਿੱਚ ਆਪਣੀ ਵਾਲਦਾ ਦੇ ਨਾਲ ਘਰ ਦੇ ਵਿੱਚ ਬੜੀ ਹੱਸੀ ਖੁਸ਼ੀ ਜ਼ਿੰਦਗੀ ਗੁਜ਼ਾਰ ਰਹੇ ਸੀ। ਇੱਕ ਦਿਨ ਇਹਦੇ ਜ਼ਿਹਨ ਦੇ ਵਿੱਚ ਲਾਲਚ ਆ ਗਿਆ। ਇਹ ਲਾਲਚ ਜਿਹੜਾ ਨਾ ਬੰਦੇ ਨੂੰ ਲੈ ਪੈਂਦਾ, ਲਾਲਚ ਬੁਰੀ ਬਲਾ ਆ। ਇਹ ਦੇਖਦਾ ਕਿ ਮੇਰੀ ਵਾਲਦਾ ਦੇ ਨਾਮ ਕਾਫੀ ਜਾਇਦਾਦ ਆ, ਉਸ ਜਾਇਦਾਦ ਨੂੰ ਹੜਪ ਕਰਨਾ ਚਾਹੁੰਦਾ ਸੀ। ਇਹਨੇ ਪਲਾਨਿੰਗ ਬਣਾਉਣੀ ਸ਼ੁਰੂ ਕਰ ਦਿੱਤੀ ਕਿ ਮੈਂ ਇਹ ਕਿਸ ਤਰ੍ਹਾਂ ਜਾਇਦਾਦ ਹਾਸਲ ਕਰ ਸਕਦਾ। ਉਸ ਤੋਂ ਬਾਅਦ ਇਹ ਮੋਬਾਈਲ ਦੇ ਵਿੱਚ ਚੈੱਕ ਕਰਦਾ, ਰਿਸਰਚ ਕਰਦਾ ਕਿ ਵਾਲਦਾ ਨੂੰ ਕਿਸ ਤਰ੍ਹਾਂ ਮਾਰਿਆ ਜਾ ਸਕਦਾ ਔਰ ਉਹਦੀ ਜਾਇਦਾਦ ਕਿਸ ਤਰ੍ਹਾਂ ਹਾਸਲ ਕੀਤੀ ਜਾ ਸਕਦੀ ਆ। ਮੋਬਾਈਲ ਦੇ ਵਿੱਚ ਵੇਖਦਾ ਕਿ ਅਗਰ ਕਿਸੇ ਦਾ ਗਲਾ ਦਬਾਈਏ, ਉਹਨੂੰ ਆਕਸੀਜਨ ਨਾ ਮਿਲੇ ਤੇ ਕਿਆ ਉਹ ਮਰ ਜਾਂਦੀ ਆ। ਇਸ ਤਰ੍ਹਾਂ ਦੀ ਉਹ ਰਿਸਰਚ ਕਰਦਾ ਰਹਿੰਦਾ ਮੋਬਾਈਲ 'ਤੇ, ਸਾਰਾ ਦਿਨ ਮੁਖਤਲਿਫ ਤਰੀਕੇ ਸੋਚਦਾ ਰਹਿੰਦਾ। ਹੁੰਦਾ ਕੀ ਆ ਕਿ 14 ਅਗਸਤ 2023 ਨੂੰ ਇਹ ਆਪਣੀ ਡਿਊਟੀ ਤੋਂ ਜਿਸ ਵੇਲੇ ਘਰ ਪਹੁੰਚ ਕੇ ਤੇ ਫੌਰਨ ਦੇਖਦਾ ਅੰਮਾ ਅੰਮਾ ਆਵਾਜ਼ਾਂ ਮਾਰਦਾ। ਇਹਦੀ ਅੰਮੀ ਜਿਹੜੀ ਆ ਉਹ ਨਹੀਂ ਮਿਲਦੀ ਹੈਗੀ ਤੇ ਇੱਕ ਕਮਰੇ ਜਾ, ਫਿਰ ਦੂਜੇ ਜਾ, ਫਿਰ ਤੀਜੇ, ਸਾਰੇ ਕਮਰੇ ਦੇਖਦਾ। ਫਿਰ ਵਾਸ਼ਰੂਮ ਜਾਂਦਾ, ਜਿਸ ਵੇਲੇ ਵੇਖਦਾ ਟੱਪ ਦੇ ਵਿੱਚ ਉਹਦੀ ਵਾਲਦਾ ਦਾ ਮੂੰਹ ਜਿਹੜਾ ਨਾ ਡੁੱਬਿਆ ਹੁੰਦਾ ਤੇ ਫੌਰਨ ਉਹਨੂੰ ਕੱਢਦਾ ਤੇ ਉਸ ਤੋਂ ਬਾਅਦ ਕੱਢ ਕੇ ਤੇ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ 1122 ਆ, ਉਸੇ ਤਰ੍ਹਾਂ ਬਰਤਾਨੀਆ ਦੇ ਵਿੱਚ 999 ਆ, ਉੱਤੇ ਕਾਲ ਕਰਦਾ। ਕਾਲ ਕਰਕੇ ਫੌਰੀ ਉਹਨਾਂ ਨੂੰ ਅਮਦਾਦੀ ਟੀਮਾਂ ਨੂੰ ਬੁਲਵਾਉਂਦਾ। ਉਹ ਕਹਿੰਦੇ ਨੇ ਤੂੰ ਇਸ ਤਰ੍ਹਾਂ ਕਰਕੇ ਅਸੀਂ ਫੌਰੀ ਪਹੁੰਚਦੇ ਹਾਂ, ਤੂੰ CBR ਯਾਨੀ ਇਹਦੇ ਮੂੰਹ ਦੇ ਵਿੱਚ ਮੂੰਹ ਪਾ ਕੇ ਇਹਦੇ ਸਾਹ ਖਿੱਚਣ ਦੀ ਕੋਸ਼ਿਸ਼ ਕਰ ਤਾਂ ਕਿ ਇਹਦਾ ਸਾਹ ਜਿਹੜਾ ਬਹਾਲ ਹੋ ਸਕੇ। ਉਸ ਤੋਂ ਬਾਅਦ ਫੌਰੀ ਉਹ ਟੀਮਾਂ ਜਿਹੜੀਆਂ ਪਹੁੰਚ ਜਾਂਦੀਆਂ ਰੈਸਕਿਊ ਦੀਆਂ, ਆ ਕੇ ਤੇ ਉਹਦੇ ਸਾਹ ਨੂੰ ਬਹਾਲ ਕਰਦੀਆਂ ਔਰ ਉਹਨੂੰ ਚੁੱਕਦੀਆਂ ਹਸਪਤਾਲ ਲੈ ਜਾਂਦੀ ਆ ਟੀਮ। ਹਸਪਤਾਲ ਲਿਜਾ ਕੇ ਉਹਨੂੰ ਦਾਖਲ ਕਰਵਾ ਦਿੱਤਾ ਜਾਂਦਾ। 2 ਦਿਨ ਬਾਅਦ ਉਹਦੀ ਮੌਤ ਵਾਕਿਆ ਹੋ ਜਾਂਦੀ ਆ। ਇਸ ਦਾ ਨਾਮ ਰਿਜ਼ਵਾਨਾ ਕੌਸਰ। ਉਸ ਤੋਂ ਬਾਅਦ ਪੁਲਿਸ ਜਿਹੜੀ ਆ ਉਹ ਵੀ ਆ ਜਾਂਦੀ ਆ ਕਿਉਂਕਿ ਇੱਕ ਮੌਤ ਵਾਕਿਆ ਹੋਈ ਆ। ਹੁਣ ਪੁਲਿਸ ਜਿਹੜੀ ਆ ਕੇ ਇਸ ਅਬਦੁਲ ਸਮੀ ਕੋਲੋਂ ਬਿਆਨਾਤ ਲੈਂਦੀ ਆ, ਪੁੱਛਦੀ ਆ ਕਿ ਇਸ ਨੂੰ ਕੀ ਵਜ੍ਹਾ ਬਣੀ, ਕਿਸ ਤਰ੍ਹਾਂ ਇਹਦੀ ਮੌਤ ਵਾਕਿਆ ਹੋਈ। ਰਿਜ਼ਵਾਨਾ ਕੌਸਰ ਦੀ ਜਦੋਂ ਪੋਸਟਮਾਰਟਮ ਰਿਪੋਰਟ ਕੀਤੀ ਗਈ, ਪਤਾ ਲੱਗਾ ਕਿ ਇਹਦਾ ਸਾਹ ਜਿਹੜਾ ਨਾ ਆਕਸੀਜਨ ਨਾ ਮਿਲਣ ਦੀ ਵਜ੍ਹਾ ਦੇ ਨਾਲ ਹੋਈ ਆ ਔਰ ਗਲੇ ਦੇ ਉੱਤੇ ਨਿਸ਼ਾਨਾਤ ਨੇ, ਕੋਈ ਗਲਾ ਵੀ ਦਬਾਇਆ ਗਿਆ। ਪੁਲਿਸ ਨੇ ਜਿਸ ਵੇਲੇ ਪੁੱਛਿਆ ਕਿ ਤੁਹਾਡੇ ਘਰ ਦੇ ਵਿੱਚ ਕੌਣ ਕੌਣ ਰਹਿੰਦਾ, ਇਹਨੇ ਦੱਸਿਆ ਕਿ ਕੋਈ ਵੀ ਨਹੀਂ, ਅਸੀਂ ਰਹਿ ਰਹੇ ਹਾਂ ਤੇ ਸਾਡੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਹੈਗੀ ਤੇ ਸਮਝ ਨਹੀਂ ਆਈ ਇਹ ਕਿਸ ਤਰ੍ਹਾਂ ਮੌਤ ਵਾਕਿਆ ਹੋ ਗਈ। ਪੁਲਿਸ ਨੇ ਕਿਹਾ ਕਿ ਫਿਰ ਗਲਾ ਕਿਹਨੇ ਦਬਾਇਆ? ਇਹਨੇ ਕਿਹਾ ਕਿ ਗਲਾ ਜਿਹੜਾ ਮੇਰੀ ਵਾਲਦਾ ਜਿਹੜੀ ਆ ਹਮੇਸ਼ਾ ਸਗਾਫ ਲਾ ਕੇ ਰੱਖਦੀ ਸੀ, ਗਲੇ 'ਚ ਪਾ ਕੇ ਰੱਖਦੀ ਸੀ। ਹੋ ਸਕਦਾ ਜਿਸ ਵੇਲੇ ਇਹ ਟੱਪ ਦੇ ਵਿੱਚ ਮੂੰਹ ਇਹਦਾ ਗਿਰਿਆ, ਮੈਂ ਖਿੱਚਣ ਲੱਗਿਆ, ਹੋ ਸਕਦਾ ਸਗਾਫ ਦਾ ਉਸ ਦਾ ਨਿਸ਼ਾਨ ਹੋਵੇ। ਪੁਲਿਸ ਜਿਹੜੀ ਆ ਬਹੁਤ ਤੇਜ਼ ਹੁੰਦੀ ਆ। ਪੁਲਿਸ ਨੇ ਕਿਹਾ ਠੀਕ ਹੈ, ਹੋ ਸਕਦਾ, ਲੇਕਿਨ ਇਹਦੀ ਮੌਤ ਜਿਹੜੀ ਆ ਉਹ ਆਕਸੀਜਨ ਨਾ ਮਿਲਣੇ ਦੀ ਵਜ੍ਹਾ ਨਾਲ ਹੋਈ ਆ ਔਰ ਗਲਾ ਦਬਾਣੇ ਦੀ ਵਜ੍ਹਾ ਨਾਲ। ਪੁਲਿਸ ਨੇ ਉਹਦੇ ਕੋਲੋਂ ਉਹਦਾ ਮੋਬਾਈਲ ਲਿਆ ਔਰ ਮੋਬਾਈਲ ਲੈ ਕੇ ਉਹਦੇ ਵਿੱਚੋਂ ਹਿਸਟਰੀ ਵਗੈਰਾ ਜਦੋਂ ਚੈੱਕ ਕੀਤੀ ਸਾਰੀ, ਉਹਦੇ ਵਿੱਚ ਸਾਰਾ ਕੁਝ ਸਾਹਮਣੇ ਆਇਆ ਕਿ ਉਹਨੇ ਜਾਇਦਾਦ ਹਾਸਲ ਕਰਨ ਵਾਸਤੇ ਸਾਰੀਆਂ ਇਹ ਪਲਾਨਿੰਗਾਂ ਤਰੀਕੇ ਸੋਚਦਾ ਰਿਹਾ ਕਿ ਇੱਕ ਜਾਇਦਾਦ ਦੇ ਉੱਤੇ ਕਿੱਦਾਂ ਕਬਜ਼ਾ ਕੀਤਾ ਜਾ ਸਕਦਾ ਔਰ ਕਿਸ ਤਰ੍ਹਾਂ ਮਾਰਿਆ ਜਾ ਸਕਦਾ। ਪੁਲਿਸ ਨੇ ਸਾਰੀਆਂ ਚੀਜ਼ਾਂ ਜਿਸ ਵੇਲੇ ਸ਼ਵਾਹਿਦ ਇਕੱਠੇ ਕਰ ਲਏ ਤੇ ਪੁਲਿਸ ਨੇ ਇਹਨੂੰ ਫਿਰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਕੇ ਦੇਖੋ ਤੁਸੀਂ 3 ਸਾਲ ਕੇਸ ਹੀ ਚੱਲਿਆ। 3 ਸਾਲ ਇਹ ਪੁਲਿਸ ਨੂੰ ਚੱਕਰ ਦਿੰਦਾ ਰਿਹਾ, ਲੇਕਿਨ ਆਖਰਕਾਰ ਜਦੋਂ ਪੁਲਿਸ ਨੇ ਫਿਰ ਇਹਨੂੰ ਤਰੀਕੇ ਦੇ ਨਾਲ ਪੁੱਛਿਆ ਤੇ ਇਹਨੇ ਫਿਰ ਇਕਬਾਲੇ ਜੁਰਮ ਕਰ ਲਿਆ ਔਰ 3 ਸਾਲ ਤੋਂ ਬਾਅਦ ਬਰਤਾਨੀਆ ਦੀ ਅਦਾਲਤ ਨੇ, ਜੱਜ ਨੇ ਫਿਰ ਇਹਨੂੰ ਨਾ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ। ਯਾਨੀ 14 ਸਾਲ 3 ਮਹੀਨੇ ਇਹ ਹੁਣ ਜੇਲ੍ਹ
ਘਟੇਗਾ। ਇਹਨੇ ਸੋਚਿਆ ਕਿ ਇਹ ਜਿਹੜੀ ਜਾਇਦਾਦ ਆ ਮੈਂ ਇੱਕੋ ਵਾਰੀ ਹਾਸਲ ਕਰ ਲਾਂ, ਇਹ ਜਿਹੜੀ ਮੇਰੀ ਮਾਂ ਆ ਮਰ ਜਾਏ ਤਾਂ ਕਿ ਮੈਂ ਜਾਇਦਾਦ ਦੇ ਉੱਤੇ ਕਬਜ਼ਾ ਕਰ ਸਕਾਂ। ਇਹ ਲਾਲਚ ਜਿਹੜਾ ਨਾ ਬੰਦੇ ਨੂੰ ਲੈ ਬਹਿੰਦਾ। ਹੁਣ ਸਾਰੀ ਉਮਰ ਬਰਤਾਨੀਆ ਦੀ ਜੇਲ੍ਹ ਕੱਟੇਗਾ, ਜੇਲ੍ਹ ਦੀਆਂ ਰੋਟੀਆਂ ਖਾਏਗਾ, ਲੱਗ ਇਹਨੂੰ ਪਤਾ ਜਾਏਗਾ। ਇਹ ਜਿਹੜੀ ਮਾਂ ਸੀ ਰਿਜ਼ਵਾਨਾ ਕੌਸਰ, ਇਹ ਇਹਦੀ ਸੌਤੇਲੀ ਮਤੇਈ ਮਾਂ ਸੀ, ਸਗੀ ਮਾਂ ਨਹੀਂ ਸੀ ਹੈਗੀ। ਲੇਕਿਨ ਚੂੰਕਿ ਉਹ ਵਾਲਦਾ ਸੀ, ਜਾਇਦਾਦ ਦੇ ਵਿੱਚੋਂ ਉਹਨੂੰ ਵੀ ਹਿੱਸਾ ਜਾਣਾ ਸੀ ਤੇ ਇਹ ਜਾਇਦਾਦ ਹੜੱਪ ਕਰਨੇ ਦੇ ਚੱਕਰ ਦੇ ਵਿੱਚ ਇਹਨੇ ਸਾਰਾ ਇਹ ਖੇਲ ਖੇਲਿਆ। ਇਸ ਕੇਸ ਦੇ ਵਿੱਚ ਸਾਰੇ ਦੇ ਵਿੱਚ ਇਹਦੇ ਵਾਲਦ ਦਾ ਕੋਈ ਜ਼ਿਕਰ ਨਹੀਂ ਆਇਆ, ਕਿਸੇ ਨੇ ਵੀ ਕੋਈ ਜ਼ਿਕਰ ਨਹੀਂ ਕੀਤਾ ਆਇਆ ਉਹ ਪਾਕਿਸਤਾਨ ਰਹਿੰਦਾ ਜਾਂ ਬਰਤਾਨੀਆ ਰਹਿੰਦਾ, ਜਾਂ ਉਹ ਮਰ ਗਿਆ ਜਾਂ ਜ਼ਿੰਦਾ ਆ, ਉਹ ਕਿਸੇ ਨੂੰ ਕੋਈ ਪਤਾ ਨਹੀਂ ਹੈਗਾ, ਉਹਦਾ ਜ਼ਿਕਰ ਹੀ ਨਹੀਂ ਆਇਆ। ਬਹਰਹਾਲ ਇਹ ਵਾਲਦਾ ਇਹਦੀ ਜਿਹੜੀ ਸੌਤੇਲੀ ਸੀ ਜਿਹਦਾ ਨਾਮ ਰਿਜ਼ਵਾਨਾ ਕੌਸਰ ਸੀ, ਤੇ ਇਹ ਅਬਦੁਲ ਸਮੀ ਜਿਹੜਾ 22 ਸਾਲ ਦਾ ਬੇਟਾ ਸੀ, ਨੌਜਵਾਨ, ਮਾਸ਼ਾਅੱਲਾ ਇਹਨੇ ਦਾੜੀ ਵੀ ਰੱਖੀ, ਸੁਨਤੇ ਰਸੂਲ, ਲੇਕਿਨ ਲਾਲਚ ਇਹਨੂੰ ਲੈ ਬੈਠਾ ਔਰ ਲਾਲਚ ਦੀ ਖਾਤਰ ਇਹਨੇ ਆਪਣੀ ਮਾਂ ਦੇ ਰਿਸ਼ਤੇ ਨੂੰ ਵੀ ਭੁਲਾ ਦਿੱਤਾ ਔਰ ਉਹਨੂੰ ਮਾਰ ਦਿੱਤਾ ਔਰ ਇਸ ਜਹਾਨੇ ਫਾਨੀ ਤੋਂ ਰੁਖਸਤ ਕਰ ਦਿੱਤਾ। ਅੱਲਾਹ ਤਾਲਾ ਰਿਜ਼ਵਾਨਾ ਕੌਸਰ ਨੂੰ ਜੰਨਤੁਲ ਫਿਰਦੌਸ ਦੇ ਵਿੱਚ ਆਲਾ ਮੁਕਾਮ ਅਤਾ ਫਰਮਾਏ ਔਰ ਇਹੋ ਜਿਹੇ ਜਿਹੜੇ ਬੱਚੇ ਨੇ ਔਲਾਦ ਹੁੰਦੀ ਆ, ਅੱਲਾਹ ਤਾਲਾ ਉਹਨਾਂ ਨੂੰ ਵੀ ਹਦਾਇਤ ਅਤਾ ਫਰਮਾਏ ਔਰ ਉਹਨਾਂ ਨੂੰ ਆਪਣੇ ਵਾਲਿदैन ਦੀ ਇੱਜ਼ਤ ਕਰਨੇ ਦੀ ਤੌਫੀਕ ਅਤਾ ਫਰਮਾਏ। ਇਹ ਲਾਲਚ ਜਿਹੜਾ ਨਾ ਕੀ ਆ, ਜਾਇਦਾਦ ਨਾਲ ਲੈ ਜਾਣੀ ਆ, ਸਾਰਾ ਕੁਛ ਇੱਥੇ ਰਹਿ ਜਾਣਾ, ਖਾਲੀ ਹੱਥ ਜਾਣਾ, ਜਦੋਂ ਵੀ ਜਾਣਾ ਕਬਰ ਦੇ ਵਿੱਚ ਉਤਰਨਾ। ਬੰਦੇ ਨੂੰ ਉੱਥੇ ਆਪਣਾ ਨਹੀਂ ਪਤਾ ਹੁੰਦਾ ਕਿ ਮੈਨੂੰ ਕੌਣ ਲੈ ਕੇ ਜਾ ਰਿਹਾ, ਕੌਣ ਕਬਰ ਦੀ ਲਹਿਰ ਦੇ ਵਿੱਚ ਲਾ ਰਿਹਾ। ਤੇ ਜਦੋਂ ਮਣਾ ਮਿੱਟੀ ਦੇ ਥੱਲੇ ਪੈ ਗਏ, ਮਿੱਟੀ ਉੱਤੇ ਆ ਗਈ ਤੇ ਬਾਹਰ ਖੜ ਗਏ ਮੌਲਵੀ ਸਾਹਿਬ ਵੀ, ਸਾਰੇ ਬੰਦੇ ਦੁਆ ਮੰਗਦੇ ਨੇ, ਉਸ ਤੋਂ ਬਾਅਦ ਚੱਲਦੇ ਨੇ, ਚੱਲ ਆਪਣੇ ਆਪਣੇ ਕਰੀ ਜਾ ਕੇ। ਤੇ ਹਰ ਬੰਦਾ ਬਸ 3 ਦਿਨ ਘਰ ਵਾਲੇ ਵੀ ਅਫਸੋਸ ਕਰਦੇ ਨੇ ਔਰ ਜਿਹੜੇ ਬੰਦੇ ਦੂਸਰੇ ਜਨਾਜ਼ੇ ਤੇ ਆਏ ਹੁੰਦੇ ਨੇ, ਜਨਾਜ਼ਾ ਪੜ੍ਹ ਕੇ ਉਸੇ ਟਾਈਮ ਉੱਥੇ ਗੱਲਾਂ ਬਾਤਾਂ ਕਰਦੇ ਨੇ, ਕੋ ਆਪਣੇ ਘਰ ਦੀਆਂ ਗੱਲਾਂ, ਕੋ ਕਿਸੇ ਕਿਸਮ ਦੀਆਂ ਗੱਲਾਂ। ਕਿਸੇ ਨੂੰ ਵੀ ਯਾਦ ਨਹੀਂ ਹੁੰਦਾ ਕਿ ਅਸੀਂ ਸਿਰਫ ਇਸ ਜਨਾਜ਼ੇ ਤੇ ਆਏ ਹਾਂ। ਬਸ ਉਹ ਆਰਜ਼ੀ ਤੌਰ ਤੇ ਆਉਂਦੇ ਨੇ, ਸਾਰੇ ਜਨਾਜ਼ਾ ਪੜ੍ਹ ਕੇ ਤੇ ਆਪਣੇ ਆਪਣੇ ਕੰਮੀ ਲੱਗ ਜਾਂਦੇ ਨੇ। ਕੋਈ ਪੱਠੇ ਲੈਣ ਚੱਲ ਜਾਂਦਾ, ਕੋਈ ਡੰਗਰਾਂ ਨੂੰ ਪਾਣੀ ਪਿਲਾਉਣ ਲੱਗ ਪੈਂਦਾ, ਕੋਈ ਕੁਛ ਕਰਦਾ। ਹਰ ਬੰਦਾ ਆਪਣੀ ਦੁਨੀਆਦਾਰੀ ਦੇ ਵਿੱਚ ਮਸਰੂਫ ਹੋ ਜਾਂਦਾ। ਇਸ ਤਰ੍ਹਾਂ ਲਾਲਚ ਨਹੀਂ ਕਰਨਾ ਚਾਹੀਦਾ। ਲਾਲਚ ਬੁਰੀ ਬਲਾ ਆ, ਇਹਦਾ ਨਤੀਜਾ ਜਿਹੜਾ ਬਹੁਤ ਬੁਰਾ ਨਿਕਲਦਾ। ਜਿਸ ਤਰ੍ਹਾਂ ਇਹ ਅਬਦੁਲ ਸਮੀ ਹੁਣ ਸਾਰੀ ਉਮਰ ਜੇਲ੍ਹ ਦੀਆਂ ਰੋਟੀਆਂ ਖਾਏਗਾ। ਇਸ ਵੀਡੀਓ ਦੇ ਬਾਰੇ ਵਿੱਚ ਤੁਸੀਂ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ ਔਰ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾइब, लाइक और शेयर ज़रूर कर देना। अगर ये वीडियो तुसी फेसबुक पेज पर देख रहे हो तो फेसबुक पेज ਨੂੰ फॉलो ज़रूर कर लेना। अल्लाह ताला सब ते रहमत फरमाए। अस्सलामु अलैकुम व रहमतुल्लाहि व बरकातुहू।